Yes, my dear masters and my dear creators, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਅਸੀਂ ਅੱਜ ਆਪਣੀ ਯਾਤਰਾ ਕਰਦੇ ਕਰਦੇ ਆਪਣੇ 14ਵੇਂ ਹਫਤੇ ਤੇ ਪਹੁੰਚ ਗਏ। 13 ਹਫਤੇ ਅਸੀਂ ਕੰਪਲੀਟ ਕਰ ਲਏ ਨੇ ਔਰ ਅਸੀਂ 15 ਮਿੰਟ ਜਿਹੜਾ ਸਾਡਾ ਮੌਨ ਦਾ ਟਾਈਮ ਹੈ ਅਸੀਂ ਉਹ ਸਾਰੇ ਆਪਣਾ ਬੈਠ ਹੀ ਰਹੇ ਹੋਵਾਂਗੇ ਔਰ ਉਹਦੇ ਚ ਜਦੋਂ ਵੀ ਅਸੀਂ ਬੈਠਣਾ ਹੈ ਉਸ ਮੌਨ ਦੇ ਟਾਈਮ ਦੇ ਵਿੱਚ ਤੇ ਅਸੀਂ ਯਾਦ ਕੀ ਕਰਨਾ ਹੈ ਕਿ ਅਸੀਂ ਆਪਣੇ ਹੀ ਹਾਇਰ ਸੈਲਫ ਦੇ ਨਾਲ ਆਪਣੇ ਹੀ ਗੁਰਮੁਖ ਵਾਲਾ ਪਾਠ ਜਿਹੜਾ ਹੈ ਅਸੀਂ ਉਸ ਦੇ ਨਾਲ ਗੱਲਬਾਤ ਕਰ ਰਹੇ ਹਾਂ ਔਰ ਇਹ ਸਾਡਾ ਵਾਰਤਾਲਾਪ ਡਾਇਰੈਕਟ ਉਸ ਦੇ ਨਾਲ ਹੀ ਚੱਲਦਾ ਚਲਾ ਜਾ ਰਿਹਾ ਹੈ। ਲਾਈਫ ਫਾਰਮ ਸਿਰਫ ਉਤਨੀ ਨਹੀਂ ਹੈ ਜਿਹੜੀਆਂ ਸਾਡੀ 5 ਸੈਂਸਿਸ ਦੇ ਨਾਲ ਸਾਨੂੰ ਦਿਖਾਈ ਦਿੰਦੀਆਂ ਨੇ। ਲਾਈਫ ਫਾਰਮਸ 5 ਸੈਂਸਿਸ ਤੋਂ ਇਲਾਵਾ ਵੀ ਨੇ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਦਿਖਾਈ ਨਹੀਂ ਦੇ ਰਹੀਆਂ। ओशो ਦੀ मैं एक टाइम ਲੈਕਚਰ सुन रही ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਔਰ ਮੈਂ ਇਸ ਕਮਰੇ ਦੇ ਵਿੱਚ ਬੈਠੇ ਹਾਂ, ਅਸੀਂ ਗਿਣਤੀ ਦੇ ਕੁਝ ਲੋਕ ਹਾਂ ਔਰ ਕਮਰਾ ਭਰ ਗਿਆ ਹੈ, ਲੇਕਿਨ ਦੂਸਰੇ ਬਹੁਤ ਸਾਰੀਆਂ એનર્ਜੀਜ਼ ਇਸ ਕਮਰੇ ਦੇ ਵਿੱਚ ਨੇ ਜਿਹਦੇ ਨਾਲ ਇਹ ਕਮਰਾ ਭਰਿਆ ਹੋਇਆ, ਜਿਹੜਾ ਸਾਨੂੰ ਦਿਖਾਈ ਨਹੀਂ ਦੇ ਰਿਹਾ, ਜਿਹਨੂੰ ਅਸੀਂ ਮਹਿਸੂਸ ਨਹੀਂ ਕਰ ਪਾਉਂਦੇ, ਲੇਕਿਨ ਉਹ એનર્ਜੀਜ਼ ਹੈਗੀਆਂ ਨੇ ਇੱਥੇ। ਹੁਣ ਇਸੇ ਤਰੀਕੇ ਦੇ ਨਾਲ ਉਹ ਜਿਹੜੀਆਂ ਕੁਝ ਹੋਰ ਵੀ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਲਾਈਫ ਫਾਰਮਸ ਅਲੱਗ-ਅਲੱਗ ਰੂਪ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਨੂੰ ਸਾਡੀ 5 ਸੈਂਸਿਸ ਕੈਚ ਨਹੀਂ ਕਰ ਪਾਉਂਦੀਆਂ, ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਲਾਈਫ ਫੋਰਸ ਹੈ ਹੀ ਨਹੀਂ। ਉਹ ਲਾਈਫ ਫੋਰਸ ਹੈਗੀਆਂ ਨੇ ਔਰ ਕੁਝ ਤੋਂ ਐਸੀਆਂ ਨੇ ਜਿਹੜੀ ਸਾਨੂੰ ਜਾਣਦੀਆਂ ਨੇ ਔਰ ਸਾਨੂੰ ਗਾਈਡੈਂਸ ਦਿੰਦੀਆਂ ਨੇ, ਜਿਹੜੀ ਸਾਨੂੰ ਜਿਸ ਤਰ੍ਹਾਂ ਐਂਜਲਸ ਨੇ, ਇਹ ਸਾਰੇ ਕੋਲ ਸਾਨੂੰ ਗਾਈਡੈਂਸ ਮਿਲ ਰਹੀ ਹੈ ਨਾ ਆਪਣੇ ਤਾਂ ਕੁਝ ਤੋਂ ਲਾਈਫ ਫਾਰਮਸ ਨੇ ਜਿਹੜੀ ਸਾਨੂੰ ਗਾਈਡ ਕਰ ਰਹੀਆਂ ਨੇ ਔਰ ਜਾਣਦੀਆਂ ਵੀ ਨੇ ਕਿ ਉਹ ਸਾਨੂੰ ਗਾਈਡ ਕਰ ਰਹੀਆਂ ਨੇ। ਲੇਕਿਨ ਇਸ ਤੋਂ ਇਲਾਵਾ ਕੁਝ ਲਾਈਫ ਫਾਰਮਸ ਨੇ ਸਾਡੀ ਸਿਰਫ ਅਟੈਂਸ਼ਨ ਲੈਣਾ ਚਾਹ ਰਹੀਆਂ ਨੇ। ਉਹਨਾਂ ਨੂੰ ਹੈ ਕਿ ਅਸੀਂ ਉਹਨਾਂ ਦੀ ਤਰਫ ਧਿਆਨ ਦੇਈਏ। ਹਾਂ, ਉਹਨਾਂ ਨੂੰ ਜਿਹੜੀ ਸਾਡੇ ਨਾਲ ਕਮਿਊਨੀਕੇਟ ਕਰ ਰਹੇ ਨੇ, ਜਿਹੜਾ ਉਹ ਸਾਡੇ ਨਾਲ ਵਾਰਤਾਲਾਪ ਕਰ ਰਹੇ ਨੇ, ਉਹ ਯੂਸਫੁਲ ਹਮੇਸ਼ਾ ਹੀ ਹੋਏ ਕੋਈ ਜ਼ਰੂਰੀ ਨਹੀਂ ਹੈ। ਜ਼ਿਆਦਾ ਕਰਕੇ ਉਹਨਾਂ ਦੀ ਜਿਹੜੀ ਟਾਕ ਹੁੰਦੀ ਹੈ ਸਾਡੇ ਨਾਲ, ਜਿਹੜੀ ਵਾਰਤਾਲਾਪ ਹੁੰਦੀ ਹੈ, ਯੂਜ਼ਲੈਸ ਹੁੰਦੀ ਹੈ ਔਰ ਲੇਕਿਨ ਉਹ ਸਾਨੂੰ ਨੁਕਸਾਨ ਪਹੁੰਚਾਉਣਾ ਨਹੀਂ ਚਾਹੁੰਦੇ। ਉਹਨਾਂ ਦਾ ਅਰਥ ਇਹ ਨਹੀਂ ਹੈ ਕਿ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਉਹਨਾਂ ਦੀ ਆਪਣਾ ਲਾਈਫ ਹੈ, ਉਹ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ, ਸਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਸਾਨੂੰ ਗਾਈਡ ਕਿਸ ਤਰ੍ਹਾਂ ਕਰਨ, ਸਾਨੂੰ ਮਾਰਗਦਰਸ਼ਨ ਕਿਸ ਤਰ੍ਹਾਂ ਦੇਣ। ਇਸ ਕਰਕੇ ਜਦੋਂ ਅਸੀਂ ਆਪਣੇ ਪ੍ਰੋਸੀਜਰ ਜਿਹੜਾ ਸਾਨੂੰ 15 ਮਿੰਟ ਦਾ ਮਿਲਿਆ ਹੈ ਟਾਈਮ, ਕੁਆਇਟ ਪੀਰੀਅਡ ਜਿਹੜਾ ਹੈ, ਮੌਨ ਦਾ ਟਾਈਮ ਹੈ, ਜਦੋਂ ਅਸੀਂ ਉਹਨੂੰ ਯੂਜ਼ ਕਰਨਾ ਹੈ ਤੇ ਜਿਹੜਾ ਅਸੀਂ ਆਪਣੀ ਔਰਾ ਨੂੰ ਕਲੋਜ਼ ਕਰਨਾ ਸਿੱਖਿਆ ਸੀ ਕਿ ਆਪਣੀ ਔਰਾ ਨੂੰ ਕਲੋਜ਼ ਕਰਨਾ ਹੈ, ਆਪਣੀ ਔਰਾ ਨੂੰ ਕਲੀਨ ਕਰਨਾ ਹੈ ਅਨਇਨਵਾਂਟਡ ਇਸ਼ੂਜ਼ ਦੇ ਦੁਆਰਾ। ਜਿਹੜਾ ਅਨਇਨਵਾਈਟਡ ਇਨਫਲੂਐਂਸਿਸ ਸਾਡੇ ਆਸੇ-ਪਾਸੇ ਨੇ ਉਹਨਾਂ ਦਾ ਜਿਹੜਾ ਪ੍ਰਭਾਵ ਸਾਡੇ ਤੇ ਪੈ ਜਾਂਦਾ ਹੈ, ਉਹਨੂੰ ਕਲੀਨ ਕਰਨਾ ਅਸੀਂ ਜਿਹੜਾ ਸਿੱਖਿਆ ਸੀ, ਉਹ ਪ੍ਰੋਸੈਸ ਅਸੀਂ ਕਰਦੇ ਰਹਿਣਾ। ਯੈਸ ਔਰ ਨੋ ਦਾ ਸਿਗਨਲ ਜਿਹੜਾ ਅਸੀਂ ਲੈ ਰਹੇ ਸੀ, ਉਹ ਅਸੀਂ ਯੈਸ ਔਰ ਨੋ ਦਾ ਸਿਗਨਲ ਬਾਈ ਡਿਫਾਲਟ ਹਰ ਸਿਟਿੰਗ ਦੇ ਵਿੱਚ ਹਰ ਟਾਈਮ ਅਸੀਂ ਆਪਣੇ ਆਪ ਕੋਲੋਂ ਲੈਣਾ ਹੈ ਔਰ ਹਮੇਸ਼ਾ ਕਨੈਕਸ਼ਨ ਬਣਾ ਕੇ ਰੱਖਣਾ ਹੈ ਆਪਣੇ ਹਾਇਰ ਸੈਲਫ ਦੇ ਨਾਲ ਜਦੋਂ ਵੀ ਅਸੀਂ ਗੱਲ ਕਰਨੀ ਹੈ, ਕਿਉਂਕਿ ਅਸੀਂ ਜੁੜੇ ਹੋਏ ਹਾਂ ਅਕਾਲ ਪੁਰਖ ਦੇ ਨਾਲ, ਆਪਣੇ ਹਾਇਰ ਸੈਲਫ ਦੇ ਨਾਲ। ਉਸ ਟਾਈਮ ਤੇ ਸਾਨੂੰ ਇਹ ਨਹੀਂ ਪਤਾ ਚੱਲਦਾ ਕਿ ਸਾਨੂੰ ਹਾਇਰ ਸੈਲਫ ਗਾਈਡ ਕਰ ਰਿਹਾ, ਸਾਡਾ ਗੁਰਮੁਖ ਸਾਨੂੰ ਗਾਈਡ ਕਰ ਰਿਹਾ ਜਾਂ ਸਾਡਾ ਮਨਮੁਖ ਵਾਲਾ ਪਾਰਟ ਲੋਅਰ ਸੈਲਫ, ਮੇਰੀ ਚੇਤਨਾ ਦਾ ਉਹ ਹਿੱਸਾ ਜਿਹੜਾ ਲੋਅਰ ਦੇ ਨਾਲ ਜੁੜਿਆ ਹੋਇਆ, ਉਹ ਗਾਈਡ ਕਰ ਰਿਹਾ। ਇਸ ਲਈ ਇਹ ਤਿੰਨੋਂ ਸਿਗਨਲਸ ਲੈਣਾ, ਯੈਸ ਔਰ ਨੋ ਦਾ ਗਾਈਡੈਂਸ, ਉਹਦੀ ਡਿਮਾਂਡ ਕਰਨਾ, ਸਿਗਨਲ ਦੀ ਡਿਮਾਂਡ ਕਰਨਾ, ਯੈਸ ਨੋ ਦਾ ਕਰਨਾ, ਆਪਣੇ ਔਰਾ ਨੂੰ ਕਲੋਜ਼ ਕਰਨਾ, ਆਪਣੀ ਔਰਾ ਨੂੰ ਕਲੀਨ ਕਰਨ ਦਾ ਪ੍ਰੋਸੈਸ ਹੈ। ਇਹ ਸਾਨੂੰ ਬਾਈ ਡਿਫਾਲਟ ਹਰ ਵਕਤ ਕਰਨਾ ਹੀ ਹੈ, ਚਾਹੇ ਰਿਮਾਈਂਡਰ ਇਸ ਕੋਰਸ ਦੇ ਦੁਆਰਾ ਤੁਹਾਨੂੰ ਮਿਲੇ ਜਾਂ ਨਾ ਮਿਲੇ। ਔਰ ਜਿਹੜਾ ਅਸੀਂ ਉਹ ਸਿੱਖਿਆ ਸੀਗਾ ਫਾਰਮੂਲਾ, ਉਸ ਫਾਰਮੂਲੇ ਨੂੰ ਅਸੀਂ ਹੁਣ ਥੋੜਾ ਯੂਜ਼ ਕਰਨਾ ਹੈ। ਇੱਕਦਮ ਹਾਇਰ ਚੀਜ਼ਾਂ ਉਹਦੇ ਨਾਲ ਅਸੀਂ ਕਰਨਾ ਸ਼ੁਰੂ ਨਹੀਂ ਕਰ ਦੇਣੀਆਂ ਹੈ, ਕਿਉਂਕਿ ਹਾਲੇ ਜਿਹੜਾ ਹੈ ਸੇਫਟੀ ਪਹਿਲੇ ਹੈ। ਪਹਿਲੇ ਅਸੀਂ ਤਿਆਰ ਹੋ ਜਾਈਏ ਕਿ ਕਿਤੇ ਜਿਹੜੇ ਸਾਡੇ ਸਿਗਨਲਸ ਨੇ ਇਹਨਾਂ ਨਾਲ ਅਸੀਂ ਬਿਲਕੁਲ ਯੂਜ਼ਡ ਟੂ ਹੋ ਜਾਈਏ, ਬਿਲਕੁਲ ਈਜ਼ੀ ਹੋ ਜਾਈਏ, ਕਮਿਊਨੀਕੇਟ ਇਹਨਾਂ ਨਾਲ ਕਰਨਾ ਸਿੱਖ ਲਈਏ, ਐਕਸਪਰਟ ਬਣ ਜਾਈਏ ਇਹਨਾਂ ਦੇ ਵਿੱਚ, ਤਾਂ ਕਿ ਜਿਹੜੀ ਸਾਡੀ ਯਾਤਰਾ ਚੱਲ ਰਹੀ ਹੈ ਆਪਣੇ ਹਾਇਰ ਸੈਲਫ ਦੇ ਨਾਲ, ਸਾਨੂੰ ਬਰਾਬਰ ਪਤਾ ਚੱਲ ਜਾਏ ਕਿ ਉਹ ਬਿਲਕੁਲ ਠੀਕ ਹੈ। ਜਿਹੜੀ ਡਾਇਰੈਕਸ਼ਨ, ਜਿਹੜੀ ਗਾਈਡੈਂਸ, ਜਿਹੜਾ ਮਾਰਗਦਰਸ਼ਨ ਆ ਰਿਹਾ ਉਹ ਹਾਇਰ ਸੈਲਫ ਤੋਂ ਹੀ ਆ ਰਿਹਾ ਹੈ। ਸਾਡਾ ਗੁਰਮੁਖ ਵਾਲਾ ਪਾਰਟ ਹੀ ਸਾਨੂੰ ਗਾਈਡ ਕਰ ਰਿਹਾ ਹੈ। ਇਸ ਕਰਕੇ ਸਾਨੂੰ ਜਿਹੜੇ ਸਾਡੇ ਫਾਰਮੂਲੇ ਦੇ ਉੱਤੇ ਵੀ ਇੱਕਦਮ ਜੰਪ ਕਰਕੇ ਚੀਜ਼ਾਂ ਨਹੀਂ ਕਰਨਾ, ਛੋਟੇ ਫਾਰਮੂਲੇ ਅਸੀਂ ਮੈਨੀਫੈਸਟ ਕਰਨੀਆਂ ਸਿੱਖਣੀਆਂ ਨੇ। ਔਰ ਅੱਜ ਦਾ ਜਿਹੜਾ ਟੌਪਿਕ ਹੈ ਉਹ ਬਹੁਤ ਹੀ ਪਿਆਰਾ ਟੌਪਿਕ ਹੈ, ਜਿਹਦੀ ਕਿ ਅੱਜ ਦੀ ਡੇਟ 'ਚ ਸਭ ਨੂੰ ਜ਼ਰੂਰਤ ਹੈ। ਉਹ ਕੀ ਹੈ? ਮੈਨੀਫੈਸਟਿੰਗ ਪਰਫੈਕਟ ਹੈਲਥ। ਪਰਫੈਕਟ ਹੈਲਥ ਨੂੰ ਕਿਸ ਤਰ੍ਹਾਂ ਮੈਨੀਫੈਸਟ ਕਰੀਏ, ਕਿਹੜੀਆਂ ਰੁਕਾਵਟਾਂ ਨੇ, ਉਹ ਅਸੀਂ ਅੱਜ ਇਸ ਚੈਪਟਰ ਦੇ ਦੁਆਰਾ ਸਮਝਣ ਵਾਲੇ ਹਾਂ।
ਹੁਣ ਅਸੀਂ ਧੀਰੇ ਧੀਰੇ ਦੇਖੋ 13 ਹਫ਼ਤੇ ਸਾਡੇ ਹੋ ਗਏ, ਅਸੀਂ 14 ਹਫ਼ਤੇ ਚ ਪ੍ਰਵੇਸ਼ ਕਰ ਲਿਆ ਹੈ ਤੇ ਸਾਨੂੰ ਇੱਕ ਲੰਬਾ ਰਸਤਾ ਅਸੀਂ ਪਾਰ ਕਰ ਲਿਆ। ਇਸ ਲੰਬੇ ਰਸਤੇ ਦੇ ਵਿੱਚ ਅਸੀਂ ਸਿੱਖਿਆ ਕੀ ਹੈ, ਅਕਾਲ ਪੁਰਖ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਰੱਖਣਾ। ਈਸ਼ਵਰ ਦੀ ਜਿੰਨੀਆਂ ਵੀ ਕੁਆਲਿਟੀਆਂ ਨੇ ਉਹਦੇ ਨਾਲ ਅਸੀਂ ਆਪਣੇ ਆਪ ਨੂੰ ਹੁਣ ਇੱਕਮਿਕ ਕਰਨਾ ਮਹਿਸੂਸ ਕਰਨਾ ਸ਼ੁਰੂ ਕਰਤਾ। ਜਿਤਨੀਆਂ ਵੀ ਕੁਆਲਿਟੀਆਂ ਨੇ ਉਹ ਤੇ ਸਾਨੂੰ ਹੁਣ ਈਜ਼ੀ ਹੋ ਗਈਆਂ ਨੇ ਉਸ ਕੁਆਲਿਟੀਆਂ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਨਾ, ਔਰ ਸਾਨੂੰ ਆਪਣੀ ਉਸ ਪੂਰਨਤਾ ਨੂੰ, ਉਸ ਦਿਵਯਤਾ ਨੂੰ, ਉਸ ਪਵਿੱਤਰਤਾ ਨੂੰ ਮਹਿਸੂਸ ਕਰਨਾ ਸਾਨੂੰ ਹੁਣ ਆਸਾਨ ਹੋ ਗਿਆ ਹੈ। ਲੇਕਿਨ ਹੁਣ ਅਸੀਂ ਜੋ ਅੱਜ ਹੁਣ ਤੋਂ ਜਿਹੜੇ ਹੁਣ ਅਸੀਂ ਸਿੱਖਣਾ ਸ਼ੁਰੂ ਕਰ ਰਹੇ ਹਾਂ ਪਿਛਲੇ ਕੁਝ ਟਾਈਮ ਤੋਂ, ਹੁਣ ਅਸੀਂ ਕੀ ਸਿੱਖਣਾ ਸ਼ੁਰੂ ਕਰ ਰਹੇ ਹਾਂ, ਇਸ ਵਨਨੈਸ ਜਿਹੜੀ ਅਸੀਂ ਅਕਾਲ ਪੁਰਖ ਨਾਲ ਸਿੱਖੀ ਹੈ, ਵਨਨੈਸ ਦੀ ਫੀਲਿੰਗ ਅਸੀਂ ਕ੍ਰੀਏਟ ਕੀਤੀ ਹੈ, ਐਸੇ ਵਨਨੈਸ ਨੂੰ ਹਰ ਲਿਵਿੰਗ ਔਰ ਨਾਨ ਲਿਵਿੰਗ ਥਿੰਗ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰਨਾ ਹੈ, ਇਹ ਅਸੀਂ ਹੁਣ ਧੀਰੇ ਧੀਰੇ ਸਿੱਖਣ ਜਾ ਰਹੇ ਹਾਂ। ਔਰ ਇਹਦੇ ਚ ਹੁਣ ਸਾਨੂੰ ਇਹ ਗੱਲ ਤਾਂ ਬਿਲਕੁਲ ਪੱਕੀ ਪਤਾ ਚੱਲ ਗਈ ਹੈ ਕਿ ਅਸੀਂ ਜੋ ਵੀ ਅਨੁਭਵ ਕਰ ਰਹੇ ਹਾਂ, ਜੋ ਵੀ ਐਕਸਪੀਰੀਅੰਸ ਕਰ ਰਹੇ ਹਾਂ, ਉਹ ਕਿੱਥੋਂ ਕਰ ਰਹੇ ਹਾਂ, ਆਪਣੇ ਥਾਟ ਦੇ ਨਾਲ। ਅਸੀਂ ਵਿਚਾਰ ਲੈ ਕੇ ਆਉਂਦੇ ਹਾਂ, ਵਿਚਾਰ ਲੈ ਕੇ ਆਉਣ ਦੇ ਨਾਲ ਅਸੀਂ ਜੋ ਚੀਜ਼ਾਂ ਵੀ ਆ ਉਹ ਐਕਸਪੀਰੀਅੰਸ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਤਾਂ ਸਾਨੂੰ ਹੁਣ ਬਿਲਕੁਲ ਪਤਾ ਚੱਲ ਗਿਆ ਕਿ ਸਾਡੇ ਵਿਚਾਰ ਸਾਡੇ ਆਸੇ-ਪਾਸੇ ਦੇ ਜੀਵਨ ਨੂੰ ਕ੍ਰੀਏਟ ਕਰ ਰਹੇ, ਜੋ ਵੀ ਸਾਡੇ ਆਸੇ-ਪਾਸੇ ਸੀਨ ਚੱਲ ਰਿਹਾ ਸਾਡੇ ਸੋਚਣ ਦੇ ਨਾਲ ਹੀ ਕ੍ਰੀਏਟ ਹੋ ਰਿਹਾ ਹੈ। ਹੁਣ ਅਸੀਂ ਜਦੋਂ ਪਿਛਲੇ ਚੈਪਟਰ ਦੇ ਵਿੱਚ ਅਸੀਂ ਦੇਖਿਆ ਸੀਗਾ ਤਾਂ ਅਸੀਂ ਦੇਖਿਆ ਸੀਗਾ ਕਿ ਜਿਹੜੇ ਵਿਚਾਰ ਮੇਰੇ ਈਸ਼ਵਰ ਦੇ ਵਿਚਾਰ, ਅਕਾਲ ਪੁਰਖ ਦੇ ਵਿਚਾਰ ਨਾਲੋਂ ਅਲੱਗ ਨੇ, ਉਹ ਮੇਰੇ ਮੈਨੀਫੈਸਟ ਕੀਤੇ ਹੋਏ ਨੇ, ਔਰ ਮੈਂ ਆਪਣੇ ਮੈਨੀਫੈਸਟੇਸ਼ਨ ਨਾਲ ਉਹੀ ਚੀਜ਼ਾਂ ਐਕਸਪੀਰੀਅੰਸ ਕਰੀ ਜਾ ਰਹੀ ਹਾਂ। ਯਾਨੀ ਦੁੱਖ ਸੁੱਖ ਦੀ ਫੀਲਿੰਗ ਜੋ ਵੀ ਉਹਦੇ ਚ ਆਈਆਂ ਸੀ ਉਹ ਸਭ ਅਸੀਂ ਫੀਲਿੰਗ ਕਰ ਰਹੇ ਹਾਂ। ਔਰ ਉਹਨਾਂ ਦੋਨਾਂ ਨੂੰ ਫੀਲ ਕਰਨ ਤੋਂ ਬਾਅਦ, ਸਮਝਣ ਤੋਂ ਬਾਅਦ ਅੱਜ ਸਾਨੂੰ ਇਤਨੀ ਸਮਝ ਜ਼ਰੂਰ ਆ ਗਈ ਹੋਏਗੀ, ਡਿਫਰੈਂਸ ਪਤਾ ਚੱਲ ਗਿਆ ਹੋਏਗਾ ਕਿ ਜਿਹੜੇ ਮੇਰਾ ਐਕਸਪੀਰੀਅੰਸ ਹੈ, ਜੋ ਮੈਂ ਅਨੁਭਵ ਕਰ ਰਹੀ ਹਾਂ, ਉਹਦੀ ਕੁਆਲਿਟੀ ਕੀ ਹੈ, ਉਹਦੀ ਗੁਣਵੱਤਾ ਕੀ ਹੈ। ਜਿਹੜਾ ਮੇਰਾ ਜੀਵਨ ਮੈਨੂੰ ਮਿਲਿਆ ਹੈ, ਇਹ ਜਿਹੜਾ ਜੀਵਨ ਮਿਲਿਆ, ਮੇਰੇ ਸਵਾਸ ਮਿਲੇ ਨੇ, ਉਸਦੀ ਕੁਆਲਿਟੀ ਕੀ ਹੈ। ਔਰ ਜਦੋਂ ਮੇਰੇ ਵਿਚਾਰ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਂਦੇ ਨੇ ਤਾਂ ਜਿਹੜੇ ਮੈਂ ਜੀਵਨ ਦੇ ਵਿੱਚ ਅਨੁਭਵ ਕਰ ਰਹੀ ਹਾਂ, ਐਕਸਪੀਰੀਅੰਸ ਕਰ ਰਹੀ ਹਾਂ, ਉਹ ਕਿੰਨੇ ਖੂਬਸੂਰਤ ਨੇ। ਹੁਣ ਇਹਦੇ ਚ ਸਮਝਣ ਵਾਲੀ ਇੱਕ ਗੱਲ ਆ ਜਾਂਦੀ ਹੈ ਕਿ ਸਾਡੇ ਐਕਸਪੀਰੀਅੰਸ ਔਰ ਜੀਵਨ, ਕੁਆਲਿਟੀ ਆਫ ਮਾਈ ਐਕਸਪੀਰੀਅੰਸਿਸ ਐਂਡ ਕੁਆਲਿਟੀ ਆਫ ਲਾਈਫ, ਯਾਨੀ ਜੀਵਨ ਦਾ ਕੁਆਲਿਟੀ, ਗੁਣਵੱਤਾ। ਹੁਣ ਇਹਨਾਂ ਦੋਨਾਂ ਨੂੰ ਅਸੀਂ ਸੈਪਰੇਟ ਕਰਕੇ ਸਮਝਦੇ ਹਾਂ। ਸਭ ਤੋਂ ਪਹਿਲੇ ਅਸੀਂ ਆ ਜਾਂਦੇ ਹਾਂ ਕੁਆਲਿਟੀ ਆਫ ਆਵਰ ਐਕਸਪੀਰੀਅੰਸ, ਮੇਰੇ ਅਨੁਭਵ ਦੀ ਕੁਆਲਿਟੀ ਜੋ ਮੈਂ ਐਕਸਪੀਰੀਅੰਸ ਕਰ ਰਹੀ ਹਾਂ। ਇਹਨੂੰ ਅਸੀਂ ਇੱਕ ਐਗਜ਼ਾਮਪਲ ਤੋਂ ਸਮਝਨੇ, ਮੰਨ ਲਓ ਕਿ ਮਈ ਜੂਨ ਦਾ ਬਹੁਤ ਗਰਮੀ ਦਾ ਮਹੀਨਾ, ਬਹੁਤ ਗਰਮੀ ਹੈ ਔਰ ਮੈਂ ਘਰ ਤੋਂ ਬਾਹਰ ਗਈ, ਬਹੁਤ ਗਰਮੀ ਲੱਗੀ, ਮੈਂ ਗਰਮੀ ਦਾ ਐਕਸਪੀਰੀਅੰਸ ਕੀਤਾ, ਲੂ ਚੱਲ ਰਹੀ ਹੈ, ਬਹੁਤ ਗਰਮੀ, ਔਰ ਮੈਂ ਆਪਣੇ ਘਰ ਦੇ ਵਿੱਚ ਆਨੀ ਹਾਂ। ਘਰ ਦੇ ਵਿੱਚ ਆ ਕੇ ਮੈਂ ਹੁਣ ਐਕਸਪੀਰੀਅੰਸ ਕਰਨਾ ਚਾਹ ਰਹੀ ਹਾਂ ਠੰਡਕ ਦਾ, ਮੈਂ ਹੁਣ ਠੰਡਕ ਮਹਿਸੂਸ, ਕਿਉਂਕਿ ਗਰਮੀ ਬਹੁਤ ਹੈ। ਆ ਕੇ ਮੈਂ ਤੁਰੰਤ ਆਪਣੇ ਖਿੜਕੀ ਦਰਵਾਜ਼ੇ ਬੰਦ ਕਰਦੀ ਹਾਂ, ਪਰਦੇ ਲਗਾ ਦੇਣੀ ਹਾਂ ਔਰ ਪੱਖੇ ਨੂੰ ਔਨ ਕਰ ਦੇਣੀ ਹਾਂ। ਪੱਖਾ ਔਨ ਹੁੰਦਾ ਹੈ, ਤੁਰੰਤ ਠੰਡਕ ਦਾ ਅਹਿਸਾਸ ਹੋ ਜਾਂਦਾ ਹੈ, ठंडे की फीलिंग में ले ली। तो एक क्वालिटी ऑफ एक्सपीरियंस है। गर्मी भी किन्ने एक्सपीरियंस की मैं, फिर मैं थॉट चेंज लेके आया कि नहीं, मैं हुण गर्मी तो बहुत कंटाल गई हाँ, मैंने हुण ठंडक का एहसास करना, मैं कमरे च आके ठंडक का एहसास महसूस कर ली, मैं पक्खा चला लिया। ਇਹਨੂੰ ਥੋੜਾ ਡੀਪ ਅਸੀਂ ਆਪਣੀ ਸਾਧਨਾ ਦੇ ਨਾਲ ਜੋੜ ਲਈਏ। ਜਦੋਂ ਮੈਂ ਦੁਨੀਆ ਦੇ ਵਿੱਚ ਠੀਕ ਐਸੇ ਤਰੀਕੇ ਦੇ ਨਾਲ, ਜਦੋਂ ਮੈਂ ਇਸ ਦੁਨੀਆ ਦੇ ਵਿੱਚ ਵਿਚਰ ਰਹੀ ਹਾਂ, ਰਿਸ਼ਤੇਦਾਰਾਂ ਨਾਲ, ਫੈਮਿਲੀ ਮੈਂਬਰਸ ਨਾਲ, XYZ ਜਿਨ੍ਹਾਂ ਦੇ ਨਾਲ ਵੀ ਮੈਂ ਵਿਚਰ ਰਹੀ ਹਾਂ, ਉੱਥੋਂ ਅਗਰ ਮੈਨੂੰ ਕੋਈ ਗਰਮ ਸੇਕ ਆ ਰਿਹਾ ਹੈ, ਕੁਝ ਦੁੱਖ ਤੱਤੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ, ਤੇ ਉਦੋਂ ਵੀ ਮੈਂ ਕੀ ਕਰਨਾ ਹੈ, ਡੀਪ ਆਪਣੇ ਅੰਦਰ ਜਾਣਾ ਹੈ, ਅੱਖਾਂ ਬੰਦ ਕਰ ਲਈਆਂ ਨੇ, 3 ਲੌਕ ਜਿਸ ਤਰ੍ਹਾਂ ਅਸੀਂ ਲਗਾਉਂਦੇ ਹਾਂ, 3 ਲੌਕ ਲਗਾਏ, ਅੱਖਾਂ ਬੰਦ ਕੀਤੀਆਂ, ਡੀਪ ਆਪਣੇ ਅੰਦਰ ਸਵਾਸ ਨੂੰ ਦੇਖਣਾ ਸ਼ੁਰੂ ਕੀਤਾ, ਤੇ ਉਸ ਸ਼ਾਂਤੀ ਦੇ ਅਹਿਸਾਸ ਨੂੰ ਮੈਂ ਕਰ ਸਕਦੀ ਹਾਂ, ਉਹ ਐਕਸਪੀਰੀਅੰਸ ਵੀ ਮੈਂ ਕਰ ਸਕਦੀ ਹਾਂ, ਉਹ ਕੁਆਲਿਟੀ ਵੀ ਮੇਰੇ ਅੰਦਰ ਹੈ। ਜਿਸ ਤਰ੍ਹਾਂ ਮੈਂ ਗਰਮੀ ਤੋਂ ਸ਼ਿਫਟ ਸੋਚ ਲਿਆ ਕਿ ਮੈਂ ਹੁਣ ਠੰਡਕ ਦਾ ਅਹਿਸਾਸ ਕਰਨਾ ਹੈ, ਇਹ ਮੇਰੇ ਹੱਥ ਦੇ ਵਿੱਚ ਸੀ। ਹੁਣ ਅਸੀਂ ਸੈਕਿੰਡ ਦੇ ਉੱਤੇ ਜਾਂਦੇ ਹਾਂ, ਕੁਆਲਿਟੀ ਆਫ ਲਾਈਫ, ਜੀਵਨ ਦੀ ਗੁਣਵੱਤਾ। ਜਿਹੜਾ ਜੀਵਨ, ਅਸੀਂ ਇਸ ਜੀਵਨ ਨੂੰ ਸਮਝ ਨਹੀਂ ਪਾਉਂਦੇ, ਜੀਵਨ ਹੈ ਕੀ ਚੀਜ਼ ਹੈ। ਸਾਨੂੰ ਸੁਣਦੇ ਬਹੁਤ ਤਾਂ ਕਿ ਜੀਵਨ ਮਿਲਿਆ ਹੈ, ਸਵਾਸ ਹੈ ਤਾਂ ਮੈਂ ਜੀ ਰਹੀ ਹਾਂ, ਸਵਾਸ ਚਲਾ ਗਿਆ ਤਾਂ ਮੈਂ ਜੀਵਨ ਮ੍ਰਿਤਿu ਹੋ ਗਈ, ਲੇਕਿਨ ਕਦੀ ਇਸ ਨੂੰ ਫੀਲ ਨਹੀਂ ਕੀਤਾ। ਇਸ ਨੂੰ ਅਸੀਂ ਹੁਣ ਦੇਖੀਏ ਕੁਆਲਿਟੀ ਆਫ ਲਾਈਫ ਨੂੰ ਸਮਝਣ ਵਾਸਤੇ ਕਿ ਮੇਰੀ ਲਾਈਫ ਦੀ ਗੁਣਵੱਤਾ ਕੀ ਹੈ, ਇਸ ਨੂੰ ਸਮਝ ਲਈ ਅਸੀਂ ਸਾਡੇ ਕਮਰਿਆਂ 'ਚ ਪੱਖਾ ਹੋਏਗਾ, ਅਸੀਂ ਆਪਣੇ ਪੱਖਿਆਂ ਨੂੰ ਦੇਖੀਏ। ਪੱਖਾ ਹੈ, ਉਹਦੇ 3 ਪਰ ਨੇ, ਸਾਨੂੰ ਬਰਾਬਰ ਦਿਖਾਈ ਦੇ ਰਹੇ, ਠੀਕ ਹੈ। ਔਰ ਲਾਈਟ ਦੇ ਨਾਲ ਜੁੜੇ ਵੀ ਬਿਲਕੁਲ, ਇਹਨੂੰ ਐਗਜ਼ੈਕਟਲੀ ਪਹਿਲੇ ਫਿਲਹਾਲ ਇਸ ਤਰ੍ਹਾਂ ਦੇਖੇਗਾ, ਪੱਖਾ ਹੈ, ਖੜਾ ਹੈ, ਔਰ ਮੈਂ ਇਹ ਚਾਹ ਰਹੀ ਹਾਂ ਕਿ ਮੈਨੂੰ ਜੀਵਨ ਦਾ ਅਹਿਸਾਸ ਕਿਸ ਤਰ੍ਹਾਂ ਹੈ,
ਔਰ ਮੈਂ ਇਹਨੂੰ ਕੀ ਕਰਨੀ ਆ, ਸਵਿਚ ਔਨ ਕਰ ਦੇਣੀ ਆ। ਜਦੋਂ ਮੈਂ ਪੱਖੇ ਦਾ ਸਵਿਚ ਔਨ ਕਰਾਂਗੀ ਤੇ ਮੈਂ ਦੇਖਾਂਗੀ ਪੱਖਾ ਮੂਵਮੈਂਟ ਕਰੇਗਾ, ਧੀਰੇ ਧੀਰੇ ਮੂਵਮੈਂਟ ਕਰੇਗਾ। 3 ਹੈ, ਅਗਰ ਮੈਂ 1 ਨੰਬਰ ਤੇ ਚਲਾਵਾਂਗੀ ਤੇ 3 ਦੀ ਸ਼ੇਪ ਦੇ ਵਿੱਚ ਘੁੰਮਦਾ ਰਹੇਗਾ, ਮੈਨੂੰ ਨਜ਼ਰ ਆਂਦਾ ਰਹੇਗਾ ਕਿ 3 ਦੀ ਸ਼ੇਪ ਘੁੰਮ ਰਹੀ ਹੈ। 2 ਦੇ ਨੰਬਰ ਤੇ ਕਰਾਂਗੀ, 3 ਦੇ ਉੱਤੇ ਕਰਾਂਗੀ। ਜਿਸ ਤਰੀਕੇ ਦੇ ਨਾਲ ਮੈਂ ਇਹਦੇ ਰੈਗੂਲੇਟਰ ਨੂੰ ਸੈੱਟ ਕਰਾਂਗੀ, ਉਸੇ ਤਰੀਕੇ ਨਾਲ ਇਸ ਪੱਖੇ ਦੀ ਰੋਟੇਸ਼ਨ ਜੋ ਹੈ ਉਹ ਵੱਧ ਜਾਏਗੀ। ਔਰ ਜਦੋਂ ਫੁੱਲ ਸਪੀਡ ਤੇ ਪੱਖਾ ਚਲੇਗਾ तो 3 ਪਾਰੇ ਤੇ ਦਿਖਾਈ ਨਹੀਂ ਦੇਣਗੇ, ਸਿਰਫ ਠੰਡੀ ਹਵਾ ਦਿਖਾਈ ਦੇਣੀ ਸ਼ੁਰੂ ਹੋ ਜਾਏਗੀ। एग्जैक्टली ठीक है ना, क्योंकि सिर्फ ठंडी हवा का एहसास आएगा, पखे दे भी की बनतर है वो मैनू दिखाई देनी शुरू नहीं होएगी। तो यह क्वालिटी ऑफ लाइफ है। एनू अगर मैं इस तरीके नाल समझा कि ए मान लो मेरा जीवन है, ਜਦੋਂ मैं मां दे वूम दे विच सीगी उदों मैं इस तरह ही बैठी हुई सी, फिर मैं धीरे धीरे जन्म लैके धीरे धीरे मैं वड्डी होना शुरू कर दिया। और लाइफ तो मेरे नाल ऑलरेडी अटैच है ही है, क्योंकि अगर पक्खा है और अगर लाइफ फोर्स स्विच नहीं है तो मेरे प्राण भी तो नहीं ना चलणगे। हुण मैं अपनी ए जिहड़ी लाइफ फोर्स जिहड़ा मेरा ए जिहड़ा शरीर जो मैनू मिलिया है, इस शरीर नू मैं चलाना किस तरह है, किस हद तक चलाना है, 1 नंबर ते चलाना है, 2 ते चलाना है, या पूरा दूजियां दे वास्ते इस क्वालिटी नू यूज करना है। इनू असीं एक होर तरीके नाल समझ लईए, ए एनर्जी आ रही है पिछों, मैनू तो सिर्फ इतना ही पता कि मेरे घर दे विच अगर मेरे घर दे विच कुछ खराबी होगी, मैं अपने ओदे कोल जावांगी, मीटर नू चेक करांगी। अगर मेरा मीटर ठीक है तो मैं नीचे जिहड़ी मेरी साडी बिल्डिंग है, साडी जिहड़ी सोसाइटी है ओदे च जावांगी। अगर सोसाइटी दा खराब होएगा तो मैं बड़ौदा जिहड़ा हैगा बिजली घर ओदे विच जावांगी। और अगर बड़ौदा दे बिजली घर च कुछ डिफरेंट होएगा तो धीरे धीरे उत्थे जाणगे, यानी असीं सोर्स तक पहुंच जावांगे जिथों ए एनर्जी क्रिएट होके सानू मिल रही है, जिथों क्रिएट की जा रही है एनर्जी। हुण ए एनर्जी तो लाइफ फोर्स तो पूरा सेम है। हुण इस एनर्जी दे नाल चाहे मैं पखे नू चला ला, चाहे मैं हीटर नू चला ला, चाहे मैं पखे नू घट चलाना, ए भी मेरे विच है। मैं जिन्नी मर्जी दे उत्ते 1 नंबर 2 नंबर दे उत्ते चलावां, हीटर नू चलावां, मैं गैस चैंबर चला के लोकां नू ओदे च डेथ चैंबर ते बना दियां। ए हुण एनर्जी नू किस तरीके दे नाल रेगुलेट करना है, किस तरीके नाल इस एनर्जी नू यूज करना है, ए क्वालिटी ऑफ लाइफ, ओ क्वालिटी लाइफ सेम है। एनर्जी ने तो काम करना ही है, उस एनर्जी दे विच कोई डिफरेंस नहीं है। जे एनर्जी पखे नू चला रही है, सेम एनर्जी हीटर भी चलाएगी, ਉਹਦੇ ਚ ਕੋਈ डिफरेंस नहीं है, एनर्जी सेम आ रही है। उसनू मैं किस चीज दे विच एक्सपीरियंस की करना चाहनी, क्वालिटी दी मेरे जीवन दी क्वालिटी नू मैं की देख जा रही हां, उस तरीके दे नाल मैं उस चीज़ां नू इन्वेंट करी जावांगी अपने थॉट दे नाल, और वो चीज़ां नू मैं एक्सपीरियंस करी जावांगी। पहले देखो लोकी जिन्नियां भी चीज़ां बनियां, जो भी अज इन्वेंशनस हो रही ने, क्यों हो रही ने, असी सोचिया, ਅਸੀਂ ਥਾਟ ਦੇ ਵਿੱਚ ਲੈ ਕੇ ਆਂਦਾ ਕਿ ਅਸੀਂ ਇਹ ਐਕਸਪੀਰੀਅੰਸ ਕਰਨਾ ਚਾਹ ਰਹੇ ਹਾਂ, ਮੈਂ ਇਹ ਐਕਸਪੀਰੀਅੰਸ ਕਰਨਾ ਚਾਹਨੀ ਹਾਂ। ਔਰ ਕੁਆਲਿਟੀ ਜਿਹੜੀ ਲਾਈਫ ਫੋਰਸ ਹੈ ਮੇਰੇ ਕੋਲ, ਉਹਦੇ ਕੋਲ ਤਾਂ ਇੱਕ ਥਾਟ ਦੇ ਅੰਦਰ ਅਸੀਂ ਦੇਖਿਆ ਸੀਗਾ ਸਾਰੀਆਂ ਕੁਆਲਿਟੀਆਂ ਇਨਬਿਲਟ ਨੇ। ਅਸੀਂ ਖਾਲੀ ਉਹਦੇ ਚੋਂ ਜੋ ਚੀਜ਼ ਮੈਂ ਐਕਸਪੀਰੀਅੰਸ ਕਰਨਾ ਚਾਹਨੀ ਹਾਂ ਉਸ ਨੂੰ ਮੈਂ ਲੈ ਕੇ ਆਨੀ ਆ। ਜਿਸ ਤਰ੍ਹਾਂ ਅਗਰ ਮੈਂ ਠੰਡਕ ਮਹਿਸੂਸ ਕਰਨੀ ਹੈ ਤੇ ਇਸ एनर्जी ਦੇ ਨਾਲ ਮੈਂ ਠੰਡਕ ਮਹਿਸੂਸ ਕਰਨਾ ਸ਼ੁਰੂ ਕਰਾਂਗੀ। ਅਗਰ ਮੈਂ ਸੋਚਦੀ ਹਾਂ ਨਹੀਂ ਮੈਨੂੰ ਤਾਂ ਗਰਮੀ ਚਾਹੀਦੀ ਹੈ, ਤਾਂ ਮੈਂ ਇਸੇ એનર્ਜੀ ਦੇ ਨਾਲ, ਇਸੇ ਲਾਈਫ ਫੋਰਸ ਦੇ ਨਾਲ मैं ਹੀਟਿੰਗ ਅਰੇਂਜਮੈਂਟ ਕਰਨਾ ਸ਼ੁਰੂ ਕਰ ਦਾਂਗੀ ਉਹ ਚੀਜ਼ਾਂ। तो कहने का भाव कि साडी जिहड़ी एनर्जी है, क्वालिटी है लाइफ दी, वो सानू कित्थों पता चलदी, साडे एक्शनस दे द्वारा। इन्नियां इन्वेंशनस होई जा रही ने। गुरु नानक देव जी नू ए इन्वेंशनस करन दी जरूरत नहीं महसूस करी। उन्होंने चंद तारे हर चीज बारे जपजी साहिब दे विच सीधा सीधा दस दिता, कुछ भी नहीं किया। उन्होंने सिर्फ मैडिटेट किया और मैडिटेट करके बोलना शुरू कर दिता। मस्कीन जी की मैनू कथा याद है कि मस्कीन जी इस टाइम किसी उत्ते गए तो लोग इस तरह ही उन्होंने किसी जगह के उत्ते लैके गए जिथे सारा कुछ दिखाया जा रहा सीगा, जो उन्होंने एक्सपेरिमेंट्स किए सीगे। जदों उस एक्सपीरियंस करके उत्थों बाहर निकले तो उन्होंने जिहड़े उन्हां दे सीगे उन्हां दे नाल गए, उन्होंने इक्को गल कही कि तुसी इन्ने करोड़ां रुपए खर्च के तुसी ए चीज़ां बनाईयां और ए चीज़ां दस रहे हो, ए चीज़ां तां साडे नानक पातशाह जी ने पहले ही लिख दित्तियां ने, ऑलरेडी लिखियां जा चुकियां ने, सानू पता ही है। लेकिन उन्होंने ये चीज़ कित्थों एक्सपीरियंस की, अपने अंदर डीप डाउन जाके। लेकिन हुण अज जिहड़े लोग ने वो एक्सपीरियंस करना चाह रहे ने ते उन्होंने चंद दे उत्ते भी चले गए, जा रहे हैं ना असी लोग चंद दे उत्ते भी। यानी जो एनर्जी मेरे कोल है उस एनर्जी दे ए ताकत है, उस सब कुछ क्रिएट कर सकती है। लेकिन उस एनर्जी तो मैं
इस जीवन तो मैं की एक्सपीरियंस करना चाहनी हाँ, ਇਹ ਮੇਰੇ ਹੱਥ ਦੇ ਵਿੱਚ ਹੈ। ਫਿਰ ਇਹ ਕਹਿੰਦੇ ਨੇ ਕਿ ਜਦੋਂ ਅਸੀਂ, ਆਈ ਹੋਪ ਇਹ ਤੁਹਾਨੂੰ ਕਲੀਅਰ ਹੋ ਗਈ, ਕਿਉਂਕਿ ਥਾਟ ਪ੍ਰੋਸੈਸ ਮੈਂ ਕਰ ਹੀ ਲਿਆ, ਤੇ ਅਗਰ ਇਹ ਕੁਆਲਿਟੀ ਆਫ ਲਾਈਫ ਯਾਨੀ ਉਹਦੇ ਕੋਲ ਸਾਰੀਆਂ ਚੀਜ਼ਾਂ ਨੂੰ ਮੈਨੀਫੈਸਟ ਕਰਨ ਦੀ ਤਾਕਤ ਹੈ ਉਸ ਥਾਟ ਦੇ ਵਿੱਚ। ਜਿਹੜਾ ਜੀਵਨ ਸਾਨੂੰ ਮਿਲਿਆ ਹੈ, ਜਿਹੜੀ ਲਾਈਫ ਫੋਰਸ ਸਾਡੇ ਨਾਲ ਅਟੈਚ ਹੈ, ਉਹਦੇ ਕੋਲ ਹਰ ਚੀਜ਼, ਉਹਦੇ ਕੋਲ ਇਤਨੀ ਤਾਕਤ ਹੈ। ਹੁਣ ਐਕਸਪੀਰੀਅੰਸ ਮੈਂ ਕੀ ਕਰਨਾ ਹੈ, ਇਹ ਮੇਰੇ ਉੱਤੇ ਡਿਪੈਂਡ ਕਰਦਾ ਹੈ। ਇਸ ਲਈ ਅਗਰ ਮੈਂ ਦਰਦ ਨੂੰ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਜੀਵਨ ਦੇ ਵਿੱਚ ਦਰਦ ਹੈ, ਤੇ ਇਹ ਸਾਨੂੰ ਪਤਾ ਚੱਲ ਜਾਏਗਾ ਕਿ ਇਹ ਜਿਹੜਾ ਥਾਟ ਹੈ ਇਹ ਗਲਤ ਹੈ, ਇਹਨੂੰ ਕਰੈਕਸ਼ਨ ਦੀ ਜ਼ਰੂਰਤ ਹੈ, ਇਹ ਵਿਚਾਰ ਹੀ ਗਲਤ ਹੈ। ਈਸ਼ਵਰ ਨੇ ਦਰਦ ਨਹੀਂ ਬਣਾਇਆ। ਦਰਦ ਕਿੰਨੇ ਬਣਾਇਆ ਹੈ? ਇਹ ਮੇਰਾ ਥਾਟ ਹੈ ਕਿ ਮੈਨੂੰ ਦਰਦ ਹੋ ਰਹੀ ਹੈ। ਈਸ਼ਵਰ ਦੇ ਥਾਟ ਦੇ ਨਾਲ ਦਰਦ ਜੁੜਿਆ ਹੋਇਆ ਹੀ ਨਹੀਂ ਹੈ। ਅਸੀਂ ਈਸ਼ਵਰ ਦੇ ਥਾਟ ਦੇ ਨਾਲ ਤਾਂ ਸਿਰਫ ਈਸ਼ਵਰ ਦੀਆਂ ਕੁਆਲਿਟੀਜ਼ ਨੂੰ ਹੀ ਮੈਨੀਫੈਸਟ ਕਰ ਸਕਦੇ ਹਾਂ, ਕੁਝ ਇਸ ਤੋਂ ਇਲਾਵਾ ਕੁਝ ਕਰ ਹੀ ਨਹੀਂ ਸਕਦੇ। ਅਗਰ ਕੋਈ ਇਸ ਤੋਂ ਇਲਾਵਾ ਕੁਝ ਅਸੀਂ ਫੀਲ ਕਰ ਰਹੇ ਹਾਂ ਤਾਂ ਇਹ ਮੇਰੀ ਮੈਨੀਫੈਸਟੇਸ਼ਨ ਹੈ, ਇਹ ਮੇਰੀ ਸੋਚ ਹੈ, ਇਹ ਮੇਰਾ ਕ੍ਰੀਏਟਿੰਗ ਹੈ, ਇਹ ਮੈਂ ਕ੍ਰੀਏਟ ਕੀਤਾ ਹੈ। ਔਰ ਅੱਜਕੱਲ ਤੋਂ ਮੈਡੀਕਲ ਸਾਇੰਸ ਨੇ ਵੀ ਇਸ ਚੀਜ਼ ਨੂੰ ਪ੍ਰੂਫ ਕਰ ਦਿੱਤਾ ਹੈ ਕਿ ਸਾਡੇ ਵਿਚਾਰਾਂ ਦਾ ਸਾਡੀ ਤੰਦਰੁਸਤੀ ਦੇ ਉੱਤੇ ਬਹੁਤ ਪ੍ਰਭਾਵ ਪੈ ਰਿਹਾ ਹੈ। ਔਰ ਇਹ ਜਿਹੜੇ परिणाम ने, ਇਹ ਜਿਹੜੇ ਰਿਜ਼ਲਟ ਸਾਨੂੰ ਹੁਣ ਆਪਣੇ ਆਸੇ-ਪਾਸੇ ਦਿਖਾਈ ਦੇਣੇ ਵੀ ਸ਼ੁਰੂ ਹੋ ਗਏ ਨੇ, ਕਿਉਂਕਿ ਅਸੀਂ ਕਈ ਲੋਕਾਂ ਨੂੰ ਦੇਖ ਰਹੇ ਹਾਂ। ਅੱਜਕੱਲ ਆਮ ਗੱਲ ਹੋ ਗਈ ਕਿ ਲੋਕਾਂ ਨੇ ਆਪਣੇ ਥਾਟ ਪ੍ਰੋਸੈਸ ਨੂੰ ਚੇਂਜ ਕਰਕੇ ਆਪਣੇ ਆਪ ਨੂੰ ਹੀਲ ਕਰ ਲਿਆ। ਫਿਲਹਾਲ ਇੱਕ ਬੱਚੀ ਮੇਰੇ ਕੋਲ ਅੱਜਕੱਲ ਆ ਰਹੀ ਹੈ, ਉਹ 5th ਕੇ 4th ਸਟੈਂਡਰਡ ਦੀ ਬੱਚੀ ਹੈ, 4th ਸਟੈਂਡਰਡ ਦੀ ਬੱਚੀ ਹੈ। ਉਸਦੇ ਦੰਦ ਦੇ ਵਿੱਚ ਦਰਦ ਸੀਗਾ ਕਾਫੀ, ਔਰ ਜਦੋਂ ਮੈਨੂੰ ਪਤਾ ਚੱਲਿਆ, ਮੈਨੂੰ ਫਿਰ ਸਿਰਫ ਥਾਟ ਪ੍ਰੋਸੈਸ ਚੇਂਜ ਕੀਤਾ, ਉਸਨੇ ਆਪਣੇ ਦੰਦ ਨੂੰ ਹੀਲ ਕਰ ਲਿਆ। ਛੋਟੀ ਜਿਹੀ ਬੱਚੀ ਨੂੰ ਵੀ ਇਹ ਤਾਕਤ ਹੈ, ਕਿਉਂਕਿ ਥਾਟ ਪ੍ਰੋਸੈਸ ਚੇਂਜ ਕਰਨ ਦੇ ਨਾਲ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਅੱਜਕੱਲ ਤੇ ਇਹੋ ਜਿਹੇ ਐਗਜ਼ਾਮਪਲ ਘਰ ਦੇ ਵਿੱਚ ਮਿਲਣੇ ਸ਼ੁਰੂ ਹੋ ਗਏ ਨੇ, ਕਿਉਂਕਿ ਡਾਕਟਰ ਸੁਜੈਸਟ ਕਰਦੇ ਨੇ। ਅੱਜਕੱਲ ਡਾਕਟਰ ਨੇ ਵੀ ਇੱਕ ਅਲੱਗ ਸਟਰੀਮ ਬਣ ਚੁੱਕੀ ਹੈ, ਜਿਨ੍ਹਾਂ ਨੇ ਕਿ ਇਹ ਮੰਨ ਲਿਆ ਹੈ ਕਿ 80% ਬਿਮਾਰੀਆਂ ਸਾਈਕੋਸੋਮੈਟਿਕ ਨੇ, ਮਨ ਦੇ ਨਾਲ ਕ੍ਰੀਏਟ ਹੋ ਰਹੀਆਂ ਨੇ। ਔਰ ਅਗਰ ਮਨ ਤੋਂ ਕ੍ਰੀਏਟ ਹੋਈਆਂ ਨੇ ਤੇ ਮਨ ਦੇ ਤਲ ਤੇ ਉਹ ਜਾ ਕੇ ਠੀਕ ਹੋ ਜਾਣਗੀਆਂ। ਅੱਛੇ ਵਿਚਾਰ ਰੱਖਾਂਗੇ, ਸਾਈਕੋਲੋਜੀਕਲ ਫੈਕਟਰ ਅਗਰ ਅਸੀਂ ਉਸਦਾ ਦੇਖਾਂਗੇ ਥਾਟ ਦਾ, ਔਰ ਉਹਨੂੰ ਹੀਲ ਕਰਨਾ ਸ਼ੁਰੂ ਕਰਨ ਦਾਂਗੇ ਤਾਂ ਬਿਮਾਰੀ ਆਟੋਮੈਟਿਕਲੀ ਚੱਲਣੀ ਸ਼ੁਰੂ ਹੋ ਜਾਏਗੀ। तो हुण सब तो वड्डी रियलिटी की है कि जिहड़ी मेरी पुअर हैल्थ है, जदों मैनूं लगदा कि मैं बीमार हाँ, यह सच्चाई नहीं है, यह बिल्कुल सच्चाई नहीं है। जिस तरह गर्मी सच्चाई नहीं है, और अगर मैं अंदर आके कमरे दे विच ठंडक नूं महसूस करना चाहे तो पक्खे चलाने वांगू ही अपने डीप इनसाइड जाके उस थॉट दे नाल कनैक्ट करना और अपने अंदर हीलिंग का प्रोसेस स्टार्ट कर देना ईजी है। प्रोसेस भी स्टार्ट नहीं करना कि आई एम हैल्थ, मैं तंदुरुस्ती हाँ ही, खाली मैं इस थॉट दे नाल अपने आप नूं रेगुलेट कनैक्ट करना है। उसनूं जिस तरह मैं रेगुलेटर सैट कर रही सी, उस तरीके नाल अपनी थॉट प्रोसेस नूं मैं सैट करना है जाके। तो यह एक इल्यूजन है, यह एक भ्रम है, यह एक झूठ है सब तो वड्डा। मैं अपना एक्सपीरियंस तो क्रिएट कर सकती हूँ इस थॉट के नाल, लेकिन मैं इस सच्चाई तो इनकार नहीं कर सकती कि वो लाइफ फोर्स जिहड़ी मेरे नाल जुड़ी हुई है, उहदे अंदर यह क्वालिटी है तंदुरुस्ती दी, उहदे अंदर क्वालिटी है। चाहे मैं गैस चैंबर बना दा, ते चाहे मैं मेडिटेशन रूम बना दा उस एनर्जी दे नाल, जिथे लोग बैठ के मेडिटेट कर रहे हैं, और मैं गैस चैंबर बना दा जिथे मैं लोगों को पा के इक्को साथ कट्ठम दे कट्ठे कितना कुछ, जिस तरह किसी पिछे सुनिया कि हिटलर ने सारा गैस चैंबर बनाए सी, उस तरीके नाल मेरे उत्ते है। एनर्जी नूं कोई फर्क नहीं पै रहा, मैं उन्होंने किस तरीके दे नाल यूज कर रही हूँ। तो असी रियलिटी नूं नहीं बदल सकते। रियलिटी की है कि वी आर गॉड, ਅਸੀਂ परमात्मा ਦੀ इमेज चो बने हैं, परमात्मा दी सारियां क्वालिटीज डिफॉल्ट मेरियां ही ने। तो इसलिए अगर मैं कैंसर में मैनू हो रहा है और मैं कैंसर नू एक्सपीरियंस कर रही हाँ, लेकिन फिर भी इन रियलिटी दे विच मैं तंदुरुस्त ही हाँ, एक्सपीरियंस मैं कैंसर नू कर रही हाँ, अल्सर नू एक्सपीरियंस कर रही हाँ, या कोई होर भी बीमारी, जो भी मैं बीमारी नू एक्सपीरियंस कर रही हाँ, यह मेरी चॉइस है कि मैं उस बीमारी नू एक्सपीरियंस कर रही हाँ। लेकिन सच्चाई की है कि असी तंदुरुस्ती ही हाँ। और लेकिन इस सच्चाई नूं मैं बदल नहीं सकती कि मैं परफेक्ट सीगी, परफेक्ट हाँ, और परफेक्ट ही रहने वाली हाँ। हुण आ जांदा है कि अगर असी कहने अपने विचारां दे नाल मैं चीज़ां नूं क्रिएट कीता, और फिर मैनूं अपनी हैल्थ, मेरी जिहड़ी बिगड़ी हुई हैल्थ है, इहदे नाल तां मैनूं थॉट दा कोई कनैक्शन दिखाई नहीं दे रहा, क्योंकि मैं इतनी मूर्ख तां हो ही नहीं सकती कि मैं कहांगी कि हाँ जी कैंसर मैनूं आ जाए।
मैं ਇਹ ਵੀ ਨਹੀਂ ਕਵਾਂਗੀ ਕਿ ਮੈਨੂੰ ਦਿਖਣਾ ਬੰਦ ਹੋ ਜਾਏ ਜਾਂ ਮੈਨੂੰ ਸਰਦੀ ਜ਼ੁਕਾਮ ਰੋਜ਼ ਲੱਗ ਰਿਹਾ, ਇਹੋ ਜਿਹੇ ਥਾਟ ਤਾਂ ਮੈਂ ਕਦੀ ਕੀਤਾ ਹੀ ਨਹੀਂ। ਸਵਾਲ ਤਾਂ ਇੱਥੇ ਆ ਕੇ ਖੜਾ ਹੋ ਜਾਂਦਾ ਹੈ, ਤੇ ਫਿਰ ਮੈਂ ਹੈਲਥ ਨੂੰ ਕਿਉਂ ਬਿਮਾਰੀ ਨੂੰ ਕਿਉਂ ਅਟਰੈਕਟ ਕਰ ਰਹੀ ਹਾਂ। ਹੁਣ ਦਿੱਕਤ ਇੱਥੇ ਕੀ ਕਹਿੰਦੇ ਨੇ ਕਿ ਆਫ ਕੋਰਸ ਇਹ ਸਾਰੇ ਵਿਚਾਰ ਹੈਗੇ ਨੇ, ਔਰ ਅਸੀਂ ਇਹਨਾਂ ਵਿਚਾਰਾਂ ਨੂੰ ਇਨਵਾਈਟ ਨਹੀਂ ਕਰ ਰਹੇ, ਡਾਇਰੈਕਟਲੀ ਇਨਵਾਈਟ ਨਹੀਂ ਕਰ ਰਹੇ, ਲੇਕਿਨ ਇਹ ਉਸ ਤਰੀਕੇ ਦੇ ਵਿਚਾਰ ਨੇ ਜਿਹੜੇ ਦਿਖਾਈ ਨਹੀਂ ਦਿੰਦੇ ਲੇਕਿਨ ਸਾਡੇ ਉੱਤੇ ਪ੍ਰੈਸ਼ਰ ਪਾ ਦਿੰਦੇ ਨੇ, ਸਾਡੀ ਹੈਲਥ ਦੇ ਉੱਤੇ। ਉਹ ਕਿਹੜੇ ਨੇ? ਸਭ ਤੋਂ ਇੱਕ ਥਾਟ ਪ੍ਰੋਸੈਸ ਜਿਹੜਾ ਹੈ ਗ੍ਰਜਿਸ, ਅਸੰਤੋਸ਼ ਦੀ ਭਾਵਨਾ, ਈਰਸ਼ਾ ਦੀ ਭਾਵਨਾ, ਝਗੜਾ। ਜਦੋਂ ਅਸੀਂ ਖੁਸ਼ ਮਹਿਸੂਸ ਨਹੀਂ ਕਰਦੇ, ਸਾਨੂੰ ਕਿਸੇ ਨੂੰ ਕੋਈ ਚੀਜ਼ ਦੇਣ ਦੀ ਇੱਛਾ ਨਹੀਂ ਹੁੰਦੀ, ਸਾਨੂੰ ਦੇਣੀ ਪੈ ਜਾਂਦੀ ਹੈ, ਬੜੀ ਬੇਬਨੇ ਨਾਲ ਅਸੀਂ ਲੈਣ ਦੇਣ ਕਰਦੇ ਹਾਂ, ਦੁਰਭਾਵਨਾ ਆ ਜਾਂਦੀ ਹੈ, द्वेष ਆ ਜਾਂਦਾ ਹੈ, ਸਾਨੂੰ ਕਿਸੇ ਦੀ ਕੋਈ ਚੀਜ਼ ਪਸੰਦ ਨਹੀਂ ਆਉਂਦੀ, ਕੋਈ ਝਗੜਾ ਹੈ, ਕੋਈ ਪੁਰਾਣਾ ਝਗੜਾ ਚਲੇ ਆ ਜਾਂਦੇ ਨੇ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਅਸੀਂ ਗ੍ਰਜਿਸ ਆਪਣੇ ਹਾਰਟ ਦੇ ਵਿੱਚ, ਆਪਣੇ ਮਨ ਦੇ ਵਿੱਚ ਰੱਖਣੇ ਸ਼ੁਰੂ ਕਰ ਦਿੰਦੇ ਹਾਂ। ਤੋ ਇਹ ਜਿਹੜੀਆਂ ਗ੍ਰਜਿਸ ਨੇ, ਇਹ ਜਿਹੜਾ ਸਾਡਾ ਲਾਈਫ ਫਲੋ ਹੈ, ਜਿਹੜੀ ਸਾਡੀ એનર્ਜੀ ਪਿੱਛੋਂ ਆ ਰਹੀ ਹੈ, ਜਿਸ ਤਰ੍ਹਾਂ ਲਾਈਟ ਹੈ, ਜਿਹਦੇ ਨਾਲ ਅਸੀਂ ਲਾਈਟ ਚਲਾ ਰਹੇ ਹਾਂ, ਪੱਖਾ ਚਲਾ ਰਹੇ, ਜੋ ਕੁਝ ਵੀ, ਇਸ ਫੋਰਸ ਨੂੰ ਰੋਕ ਰਹੀ ਹੈ। ਲਾਈਫ ਫੋਰਸ ਨੂੰ ਜਿਹੜੇ ਸਾਡੇ ਅੰਦਰ ਬਹਿ ਰਿਹਾ ਹੈ, ਉਸ ਲਾਈਫ ਫੋਰਸ ਨੂੰ ਇਹ ਜਿਹੜੀ એનર્ਜੀ ਗ੍ਰਜਿਸ ਨੇ ਇਹ ਰੋਕ ਦਿੰਦੇ ਨੇ। ਔਰ ਅਗਰ ਮੰਨ ਲਓ ਸਾਨੂੰ ਲੱਗਦਾ ਕਿ ਕਿਸੇ ਨੇ ਮੈਨੂੰ ਦੁੱਖ ਪਹੁੰਚਾਤਾ, ਕਿਸੇ ਨੇ ਮੇਰਾ ਕਹਿਣਾ ਨਹੀਂ ਮੰਨਿਆ, ਔਰ ਮੈਂ ਉਹਦੇ ਗ੍ਰਜਿਸ, ਉਹ ਜੋ ਮੇਰੇ ਅੰਦਰ ਅਸੰਤੋਸ਼ ਦੀ ਭਾਵਨਾ ਉੱਠੀ, ਔਰ ਉਹਨੂੰ ਮੈਂ ਪਕੜ ਕੇ ਰੱਖ ਲਿਆ, ਉਸ ਅਸੰਤੋਸ਼ ਦੀ ਭਾਵਨਾ ਪਕੜ ਕੇ ਆਪਣੇ ਹਿਰਦੇ ਦੇ ਵਿੱਚ ਰੱਖ ਲਿਆ, ਔਰ ਬਾਰ-ਬਾਰ ਸੋਚੀ ਜਾ ਰਹੀ ਹਾਂ, ਬਾਰ-ਬਾਰ ਉਸ ਫੀਲਿੰਗ ਦੇ ਵਿੱਚ ਜਾਈ ਜਾ ਰਹੀ ਹਾਂ, ਗ੍ਰਜਿਸ ਦੇ ਵਿੱਚ ਜਾਈ ਜਾ ਰਹੀ ਹਾਂ। ਤੇ ਜਿਸ ਤਰ੍ਹਾਂ ਕਿਹਾ ਕਿ ਲਾਈਫ ਫੋਰਸ ਨੂੰ ਸਾਡੇ ਰੋਕ ਦਿੰਦਾ ਹੈ, ਔਰ ਸਾਡਾ ਲਾਈਫ ਫੋਰਸ ਕੀ ਹੈ? ਲਵ। ਜਿਸ ਤਰ੍ਹਾਂ ਉਹ ਲਾਈਟ ਦਾ ਲਾਈਫ ਫੋਰਸ ਬਿਜਲੀ ਹੈ, ਇਸੇ ਤਰੀਕੇ ਨਾਲ ਸਾਡਾ ਜੋ ਜੀਵਨ ਹੈ, ਇਸ ਦਾ ਜਿਹੜਾ ਲਾਈਫ ਫੋਰਸ ਹੈ, ਜਿਹਦੇ ਨਾਲ ਮੇਰੇ ਇਸ ਜੀਵਨ ਨੂੰ ਤਾਕਤ ਮਿਲ ਰਹੀ ਹੈ, ਉਹ ਹੈ ਪਿਆਰ। ਤੇ ਅਸੀਂ ਦੇਖਣਾ ਜਿਹਦੇ ਨਾਲ ਵੀ ਸਾਡੇ ਗ੍ਰਜਿਸ ਹੁੰਦੇ ਨੇ, ਉਹਦੇ ਨਾਲ ਸਾਡਾ ਪਿਆਰ ਦਾ ਜਿਹੜਾ ਫਲੋ ਹੈ ਉੱਥੇ ਰੁਕ ਜਾਂਦਾ ਹੈ, ਉਹਦੇ ਨਾਲ ਅਸੀਂ ਪਿਆਰ ਕਰਨਾ ਬੰਦ ਕਰ ਦਿੰਦੇ ਹਾਂ। ਇੱਕ ਹੇਟਰਡ, ਇੱਕ ਗੁੱਸਾ, ਇੱਕ ਨਫ਼ਰਤ, ਇਹੋ ਜਿਹੇ ਭਾਵ ਸਾਡੇ ਅੰਦਰ ਜਾਗਰਤ ਹੋਣਾ ਸੋ ਜਾਂਦੇ ਨੇ। ਇਸ ਕਰਕੇ ਜਦੋਂ ਅਸੀਂ ਗ੍ਰਜਿਸ ਕਰਨੇ ਹੁੰਦੇ ਹਾਂ, ਬਾਏ ਅਚਨਚੇਤੀ ਅਸੀਂ ਉਸ ਲਵ એનર્ਜੀ ਨੂੰ ਆਪਣੇ ਅੰਦਰੋਂ ਫਲੋ ਹੋਣ ਤੋਂ ਰੋਕ ਦਿੰਦੇ ਹਾਂ, ਤੇ ਹੈਲਥ ਅਸੀਂ ਬਿਮਾਰੀ ਕ੍ਰੀਏਟ ਕਰ ਲਈ ਨਾ ਆਪਣੇ ਅੰਦਰ। ਇੱਕ ਦੂਸਰਾ ਜਿਹੜਾ ਹੈ ਬਹੁਤ ਹੀ ਪਾਵਰਫੁਲ ਥਾਟ, ਉਹ ਹੈ ਡਰ ਦਾ ਥਾਟ। ਡਰ ਦੀ ਜਦੋਂ ਫੀਲਿੰਗ ਸਾਡੇ ਅੰਦਰ ਆ ਜਾਂਦੀ ਹੈ, ਅਗੇਨ ਇਹ ਡਰ ਦੀ ਫੀਲਿੰਗ ਹੀ ਸਾਡੀ ਉਸ ਲਵ એનર્ਜੀ ਨੂੰ, ਉਸ ਲਵ ਫੋਰਸ ਨੂੰ ਸਾਡੇ ਕੋਲੋਂ ਤੋੜ ਦਿੰਦੀ ਹੈ। ਦੇਖੋ ਜਦੋਂ ਅਸੀਂ ਡਰੇ ਹੋਏ ਹੁੰਦੇ ਹਾਂ, ਅਸੀਂ ਕੰਬ ਰਹੇ ਹੁੰਦੇ ਹਾਂ ਡਰ ਦੇ ਨਾਲ, ਸਾਡੀ ਪੂਰੀ ਬੋਡੀ ਦਾ ਹਾਲ ਦੇਖੇ ਕੀ ਉਸ ਟਾਈਮ ਹੋ ਰਿਹਾ ਹੁੰਦਾ ਡਰ ਦੇ ਨਾਲ। ਤੇ ਲਵ ਮਿਸਿੰਗ ਹੋ ਗਿਆ ਨਾ ਉਸ ਟਾਈਮ ਦੇ ਉੱਤੇ, ਪਿਆਰ ਦੀ એનર્ਜੀ ਤੋਂ ਗਾਇਬ ਹੋ ਗਈ। ਹੁਣ ਪਿਆਰ ਦੀ એનર્ਜੀ ਮਿਲੇਗੀ ਨਹੀਂ ਤੇ ਮੇਰੇ ਸੈੱਲ, ਮੇਰੀਆਂ ਬਾਕੀ ਦੀ ਚੀਜ਼ਾਂ ਰੋਟੇਟ ਕਿਸ ਤਰ੍ਹਾਂ ਕਰਨਗੀਆਂ? ਮੇਰੀ ਬੋਡੀ ਕਿਸ ਤਰ੍ਹਾਂ ਰੋਟੇਟ ਕਰੇਗੀ? ਕਿਉਂਕਿ ਉਹਨੂੰ ਫੋਰਸ ਹੀ ਨਹੀਂ ਮਿਲ ਰਹੀ, એનર્ਜੀ ਨਹੀਂ ਮਿਲ ਰਹੀ, तो चलेगी किस तरह। और सिंपल डरन का मतलब की है कि मैं जो मैं डर रही हाँ तो मैं इस चीज तो इनकार कर रही हाँ कि मैं परफेक्ट हाँ, ताई तो मैं डर रही हाँ, नहीं तो मैं डरन की जरूरत की है। और किते ना किते अनजाने ची मैं अपने मन दे विचार नू जगह दे दी कि फलाना बंदा मेरे नुकसान पहुंचा सकता है या फलानी चीज मेरे नुकसान पहुंचा सकती है। जो इस चीज का डर मेरे अंदर बैठ गया और मैनू फिर लगना शुरू हो गया, डर बैठ गया, तो मैनू की लग रहा है कि जेड़ी मेरी परफेक्शन है इनू कोई कट सकता है, इनू कोई तोड़ सकता है। यानी मैं परफेक्शन वाले थॉट तो हट के डर वाले थॉट के अंदर चली गई। और ऑफ कोर्स जड़ा डर है ए मेरी जड़ी लव एनर्जी है जड़ी फ्लो हो रही है मेरे अंदरों, इसनू रोक देंदा है। और लेकिन जड़े लाइफ फोर्स है, जड़ा मेरा प्यार है, उन्होंने तो हमेशा हमेशा तो पता ही है कि मैं बिल्कुल परफेक्ट हाँ, बिल्कुल कंप्लीट हाँ। और जदों असी इस प्यार नू अपने अंदरों फ्लो होने देने, इस बहन देने, इस प्यार नू, तो ऑटोमेटिकली जो भी चीज मैं एक्सपीरियंस करांगी, चाहे मेरे आसे पासे जेड़े मर्जी सीन चल रहे हों, मैं जो भी एक्सपीरियंस करांगी वो परफेक्शन नू ही फील एक्सपीरियंस करन वाली हाँ, पूर्णता नू ही एक्सपीरियंस करन वाली हाँ। और जदों ए लाइफ फोर्स, ए प्यार वाली एनर्जी मेरे जीवन दे विच आएगी ते
ਉਸੇ ਨੂੰ ਮੈਂ ਭੇਜ ਰਹੀ ਹਾਂ ਤੇ ਉਹੀ ਤਾਂ ਵਾਪਸ ਮੇਰੇ ਕੋਲ ਆਉਣ ਵਾਲੀ ਹੈ ਤੇ ਮੈਂ ਪਰਫੈਕਟ ਹੈਲਥ ਦੀ ਤਰਫ ਚਲੀ ਜਾਵਾਂਗੀ। ਹੁਣ ਅਸੀਂ ਆ ਜਾਂਦੇ ਹਾਂ ਆਪਣੇ ਗੁਰਬਾਣੀ ਦੀ ਤਰਫ ਜਾ ਕੇ, ਅਗਰ ਮੈਂ ਦੇਖਣਾ ਚਾਹਾਂ ਕਿ ਗੁਰਬਾਣੀ ਦੇ ਵਿੱਚ ਅਗਰ ਮੈਂ ਜਾ ਰਹੀ ਹਾਂ ਤੇ ਮੈਂ ਗੁਰਬਾਣੀ ਦੇ ਵਿੱਚ ਕੀ ਕਰਾਂਗੀ। ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਕਰਦੀ ਸੀ, ਮੈਂ ਸਭ ਨੂੰ ਇਹੀ ਕਹਿੰਦੀ ਹਾਂ ਕਿ ਜਪਜੀ ਸਾਹਿਬ ਦਾ ਪਾਠ ਮੰਤਰ, ਮੂਲ ਮੰਤਰ ਅਸੀਂ ਅਗਰ ਪੜ੍ਹ ਲਈਏ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ, ਇੱਥੇ ਅਸੀਂ ਸਟਾਪ ਕਰ ਦਿੰਦੇ ਹਾਂ ਕਿ ਚਲੋ ਇਹ ਸਾਡਾ ਮੂਲ ਮੰਤਰ ਹੈ। ਮੈਨੂੰ ਬੜੀ ਹੈਰਾਨੀ ਹੁੰਦੀ ਸੀ ਜਦੋਂ ਮੈਂ ਪੜ੍ਹ ਰਹੀ ਸੀ, ਤਾਂ ਮੈਨੂੰ ਤੁਰੰਤ ਯਾਦ ਆਇਆ ਔਰ ਮੇਰਾ ਸਵਾਲ ਵੀ ਹੁੰਦਾ ਸੀ ਕਿ ਬਾਬਾ ਜੀ ਨੇ ਮੂਲ ਮੰਤਰ ਕਿਹਾ ਔਰ ਮੰਤਰ ਅਸੀਂ ਕਹਿੰਦੇ ਹਾਂ ਕਿ ਜਪਜੀ, ਅਗਰ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਅਸੀਂ ਲੈ ਲਈਏ ਤਾਂ ਇਸ ਮੂਲ ਮੰਤਰ ਦੇ ਵਿੱਚ ਹੈ। ਔਰ ਮੂਲ ਮੰਤਰ ਨੂੰ ਅਸੀਂ ਐਕਸਪਲੇਨ ਕਰਤਾ ਹੈ ਜਪਜੀ ਸਾਹਿਬ ਦੇ ਵਿੱਚ, ਔਰ ਜਪਜੀ ਸਾਹਿਬ ਦੀ ਪੂਰੀ ਐਕਸਪਲੇਨੇਸ਼ਨ ਜਿਹਨੂੰ ਕਹਿੰਦੇ ਨਾ ਕਿਸੇ ਸਮਝਾ ਕੇ ਕਿਸੇ ਨੂੰ ਕਹੀ ਜਾਂਦੀ ਹੈ, ਤਾਂ ਉਹ ਪੂਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਉਹਦਾ ਪੂਰਾ ਦਾ ਪੂਰਾ ਗਿਆਨ ਮਿਲ ਜਾਂਦਾ। ਜਪਜੀ ਸਾਹਿਬ ਨੂੰ ਅਗਰ ਪੂਰਾ ਐਕਸਪਲੋਰ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਇੱਕ ਇੱਕ ਚੀਜ਼ ਦਾ ਗਿਆਨ ਮਿਲਦਾ ਚਲਾ ਜਾਂਦਾ ਹੈ। ਮੇਰਾ ਸੋਚਣਾ ਕੀ ਹੁੰਦਾ ਸੀਗਾ ਕਿ ਬਾਬਾ ਜੀ ਨੇ, ਅਸੀਂ ਪੰਜ, ਉਹਨਾਂ ਦੀ ਗੱਲ ਹਮੇਸ਼ਾ ਸੁਣੀ ਹੈ ਕਿ ਪੰਜ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਬਚੋ, ਇਹਨਾਂ ਤੋਂ ਬਚੋ। ਲੇਕਿਨ ਗੁਰੂ ਸਾਹਿਬ ਨੇ, ਜਦੋਂ ਮੈਂ ਗੁਰਬਾਣੀ ਦੇ ਨਾਲ ਜੁੜੀ ਤੇ ਮੈਂ ਬੜੀ ਹੈਰਾਨ ਹੁੰਦੀ ਸੀ ਕਿ ਦੋ ਚੀਜ਼ਾਂ ਕਿਉਂ, ਨਿਰਭਉ ਤੇ ਨਿਰਵੈਰ ਕਿਉਂ ਕਿਹਾ ਸਾਨੂੰ। ਕਿਉਂਕਿ ਅਸੀਂ ਅਗਰ ਮੂਲ ਮੰਤਰ ਦਾ ਵੀ ਪਾਠ ਕਰਾਂਗੇ ਤੇ ਬਾਕੀ ਕੁਆਲਿਟੀਜ਼ ਇਨਬਿਲਟ ਨੇ, ਅਸੀਂ ਹਾਇਰ ਸੈਲਫ ਦੇ ਨਾਲ ਜੁੜੇ ਹੀ ਹੋਏ ਹਾਂ। ਲੇਕਿਨ ਇਹ ਦੋ ਚੀਜ਼ਾਂ ਨੇ, ਕਿਉਂਕਿ ਮੈਂ ਧਰਤੀ ਦੇ ਉੱਤੇ ਆ ਗਈ, ਇਹਨਾਂ ਦੋ ਚੀਜ਼ਾਂ ਦੇ ਕਰਕੇ ਆਟੋਮੈਟਿਕਲੀ ਮੇਰੀ ਲਵ ਐਨਰਜੀ ਦਾ ਜਿਹੜਾ ਫਲੋ ਹੈ, ਜਿਹਦੇ ਨਾਲ ਮੈਂ ਕਨੈਕਸ਼ਨ ਹੈ ਮੇਰਾ, ਉਹ ਮੇਰਾ ਰੁਕ ਜਾਂਦਾ ਹੈ। ਮੇਰੀ ਲਵ ਐਨਰਜੀ ਇੱਥੇ ਆ ਕੇ ਸਟਾਪ ਹੋ ਜਾਂਦੀ, ਜਿਸ ਤਰ੍ਹਾਂ ਇਸ ਬੁੱਕ ਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਹੈ। ਕਿਉਂਕਿ ਜਦੋਂ ਮੈਂ ਗ੍ਰਜਿਸ ਰੱਖ ਰਹੀ ਹਾਂ, ਯਾਨੀ ਮੈਂ ਨਿਰਵੈਰ ਨਹੀਂ ਹੈਗੀ, ਮੈਂ ਆਪਣੇ ਦੁੱਖ ਦੀ ਭਾਵਨਾ ਯਾਨੀ ਕੋਈ ਨਾ ਕੋਈ ਨਫ਼ਰਤ, ਗੁੱਸਾ, ਦਵੇਸ਼, ਤੇ ਜਦੋਂ ਮੈਂ ਨਿਰਵੈਰ ਅਵਸਥਾ ਤੇ ਚਲੀ ਗਈ, ਆਟੋਮੈਟਿਕਲੀ ਲਵ ਐਨਰਜੀ ਮੇਰੇ ਤੋਂ ਫਲੋ ਹੋਣੀ ਸ਼ੁਰੂ ਹੋ ਜਾਏਗੀ। ਜਦ ਭਉ ਅਵਸਥਾ ਦੇ ਵਿੱਚ ਚਲੀ ਗਈ, ਲਵ ਐਨਰਜੀ ਆਟੋਮੈਟਿਕਲੀ ਮੇਰੀ ਲਾਈਫ ਦੇ ਵਿੱਚੋਂ ਫਲੋ ਹੋਣੀ ਸ਼ੁਰੂ ਹੋ ਜਾਏਗੀ, ਔਰ ਮੈਂ ਜੀਵਨ ਦੇ ਵਿੱਚ ਹੈਲਥ, ਵੈਲਥ, ਹਰ ਚੀਜ਼ ਜੋ ਵੀ ਮੈਨੂੰ ਚਾਹੀਦੀ ਹੈ ਆਟੋਮੈਟਿਕਲੀ ਮੈਨੂੰ ਮਿਲਣੀ ਸ਼ੁਰੂ ਹੋ ਜਾਏਗੀ। ਕਿਉਂ? ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਇਹ ਆਟੋਮੈਟਿਕਲੀ ਸ਼ੁਰੂ ਹੋਣਾ ਹੋ ਜਾਏਗਾ, ਕਿਉਂਕਿ ਮੈਂ ਉਸ ਲਵ ਐਨਰਜੀ ਦੇ ਨਾਲ, ਉਸ ਲਾਈਫ ਫੋਰਸ ਦੇ ਨਾਲ, ਉਸ ਲਵ ਦੇ ਨਾਲ ਜੁੜੀ ਹੋਈ ਹਾਂ। ਤੋ ਆਈ ਹੋਪ ਅੱਜ ਅਸੀਂ ਇੱਥੇ ਹੀ ਕਰਾਂਗੇ। ਅੱਗੇ ਅਸੀਂ ਹੁਣ ਇਹਨਾਂ ਨੂੰ ਜਿਹੜਾ ਅਗਲਾ ਬਾਕੀ ਦਾ ਚੈਪਟਰ ਹੈ ਉਹ ਅਸੀਂ ਹੁਣ ਕੱਲ ਕਰਾਂਗੇ। ਅਗਰ ਮੈਂ ਆਪਣਾ ਕਨਸੈਪਟ ਕਲੀਅਰ ਕਰ ਦਿੱਤਾ ਹੈ ਕਿ ਅਗਰ ਅਸੀਂ ਬਿਮਾਰ ਪੈ ਰਹੇ ਹਾਂ ਤਾਂ ਇਟ ਮੀਨਸ ਲਵ ਐਨਰਜੀ ਸਾਡੀ ਬਾਡੀ ਤੋਂ ਫਲੋ ਨਹੀਂ ਹੋ ਰਹੀ, ਤੇ ਅਸੀਂ ਕਰਨਾ ਕੀ ਹੈ, ਲਵ ਐਨਰਜੀ ਦਾ ਫਲੋ ਰੋਕਣਾ ਨਹੀਂ ਹੈ। ਔਰ ਲਵ ਐਨਰਜੀ ਦੇ ਫਲੋ ਨੂੰ ਰੋਕਣ ਵਾਸਤੇ ਸਾਨੂੰ ਨਿਰਭਉ ਤੇ ਨਿਰਵੈਰ ਬਣਨਾ ਪਏਗਾ। ਕੋਈ ਗ੍ਰਜਿਸ ਆਪਣੇ ਅੰਦਰ ਨਹੀਂ ਰੱਖਣੇ, ਕੋਈ ਡਰ ਆਪਣੇ ਅੰਦਰ ਨਹੀਂ ਰੱਖਣਾ, ਸਿਰਫ ਲਵ ਐਨਰਜੀ ਨੂੰ ਫੀਲ ਕਰਨਾ ਹੈ। ਔਰ ਫੀਲ ਕਰਦੇ ਕਰਦੇ ਆਟੋਮੈਟਿਕਲੀ ਅਸੀਂ ਟੋਟਲ ਹੈਲਥ ਦੀ ਤਰਫ ਸ਼ਿਫਟ ਹੋ ਜਾਵਾਂਗੇ। ਆਈ ਹੋਪ ਮੈਂ ਆਪਣਾ ਮੈਸੇਜ ਕਲੀਅਰ ਕਰ ਦਿੱਤਾ ਹੈ। ਔਰ ਇੱਕ ਸੰਸਥਾ ਵੀ ਹੈ ਸਰਵ ਰੋਗ ਕਾ ਔਖਦ ਨਾਮ। ਗੁਰਦੁਆਰੇ ਅਗਰ ਮੈਨੂੰ ਤੁਸੀਂ ਪੁੱਛੋ ਤਾਂ ਜਦੋਂ ਮੈਂ ਇੱਕ ਟਾਈਮ ਦੇ ਉੱਤੇ ਬਿਮਾਰ ਰਹਿੰਦੀ ਸੀ ਤੇ ਭਾਈ ਹਰਜਿੰਦਰ ਸਿੰਘ ਜੀ ਮੋਹਾਲੀ ਵਾਲੇ, ਉਹਨਾਂ ਦਾ ਮੈਂ ਕੀਰਤਨ ਸੁਣਿਆ ਸੀ। ਉਹ ਇੱਕੋ ਸ਼ਬਦ ਲੈਂਦੇ ਸੀ ਔਰ ਇੱਕੋ ਸ਼ਬਦ ਨੂੰ ਘੰਟੇ ਡੇਢ ਘੰਟੇ ਦੇ ਵਿੱਚ ਉਹ ਇੱਕੋ ਸ਼ਬਦ ਦੇ ਨਾਲ ਦੂਸਰੀਆਂ ਪੰਕਤੀਆਂ ਜੋੜ ਕੇ ਪਾਠ ਕਰੀ ਜਾਂਦੇ ਸੀ। ਮੇਰਾ ਵੈਦ ਗੁਰੂ ਗੋਬਿੰਦ ਦਾ ਮੈਨੂੰ ਸਿਰਫ ਉਹਨਾਂ ਦੀ ਇੱਕੋ ਹੀ ਪੰਕਤੀ ਯਾਦ ਹੈ। ਔਰ ਉਹਨਾਂ ਦਿਨਾਂ 'ਚ ਮੈਂ ਬਹੁਤ ਬਿਮਾਰ ਹੁੰਦੀ ਸੀ, ਮੈਂ ਕੀਰਤਨ ਸੁਣਦੀ ਜਾ ਰਹੀ ਸੀ ਔਰ ਮੇਰੀ ਅੱਖਾਂ 'ਚੋਂ ਆਂਸੂ ਬਹੀ ਜਾ ਰਹੇ ਸੀ। ਯਕੀਨ ਜਾਣੋ ਮੇਰੀ ਸਾਰੀ ਬਿਮਾਰੀ ਉਸ ਡੇਢ ਘੰਟੇ ਦੇ ਦੀਵਾਨ ਦੇ ਵਿੱਚ ਸਮਾਪਤ ਹੋ ਗਈ ਸੀ। ਕੀ ਸੁਣਾਇਆ ਮੈਨੂੰ ਨਹੀਂ ਪਤਾ, ਉਹਨਾਂ ਨੇ ਕੀ ਕਿਹਾ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਸਿਰਫ ਇੱਕੋ ਸਿੰਗਲ ਪੰਕਤੀ ਯਾਦ ਸੀ, ਮੇਰਾ ਵੈਦ ਗੁਰੂ ਗੋਬਿੰਦ ਦਾ, ਮੇਰਾ ਵੈਦ ਗੁਰੂ ਗੋਬਿੰਦ ਦਾ। ਬਸ ਇਹੀ ਪੰਕਤੀ ਦੇ ਉੱਤੇ ਬਾਰ ਬਾਰ ਔਰ ਬਿਮਾਰੀ ਜੜ ਤੋਂ ਗਾਇਬ। ਆਟੋਮੈਟਿਕਲੀ ਕੁਝ ਸਮਝ ਆ ਗਈ ਕਿ ਮੇਰਾ ਵੈਦ ਗੁਰੂ ਗੋਬਿੰਦ ਦਾ। ਜਦੋਂ ਵੀ ਬਿਮਾਰੀ ਆਉਂਦੀ ਹੈ, ਕੁਝ ਵੀ ਚੀਜ਼ ਆਉਂਦੀ ਹੈ, ਤਾਂ ਆਪਣੇ ਆਪ ਨੂੰ ਈਸ਼ਵਰ ਦੇ ਨਾਲ ਜੋੜ ਲਈਦਾ ਕਿ ਨਹੀਂ ਬਾਬਾ ਜੀ ਤੁਸੀਂ ਮੇਰੀ ਬੋਡੀ ਦੇ ਅੰਦਰ ਹੋ, ਤੁਸੀਂ ਬਿਮਾਰ, ਮੈਂ ਬਿਮਾਰ ਹੋ ਹੀ ਨਹੀਂ ਸਕਦੀ। ਜਦੋਂ ਮੇਰੀ ਇੱਕ ਟਾਈਮ ਬੈਕ ਪੇਨ, ਅਗਰ ਮੈਂ ਸ਼ੇਅਰ ਕਰਨ ਜਾ ਰਹੀ ਸੀ, ਉਹਨੂੰ ਵੀ ਛੋੜ ਦਿਆ। ਨਹੀਂ, ਮੈਂ ਜਦੋਂ ਵੀ ਮੈਂ ਆਪਣੀਆਂ ਬਿਮਾਰੀ ਨੂੰ ਫੀਲ ਕੀਤਾ, ਉਦੋਂ ਮੈਂ ਆਪਣੇ ਅੰਦਰ ਜਾ ਕੇ, ਉਦੋਂ ਤਾਂ ਇੰਨੀਆਂ ਚੀਜ਼ਾਂ ਦੀ ਨੌਲੇਜ ਨਹੀਂ ਸੀ, ਲੇਕਿਨ ਇਤਨਾ ਸੀਗਾ ਕਿ ਮੈਂ ਆਪਣੇ ਆਪ ਨੂੰ ਮਹਿਸੂਸ ਕਰਦੀ ਸੀ ਕਿ ਬਾਬਾ ਜੀ ਮੇਰੇ ਅੰਦਰ ਨੇ, ਔਰ ਬੋਡੀ ਦੇ ਵਿੱਚੋਂ ਉਹ ਦਰਦ, ਉਹ ਪੇਨ, ਉਹ ਬਿਮਾਰੀ ਆਟੋਮੈਟਿਕਲੀ ਰਿਲੀਜ਼ ਹੋ ਜਾਂਦੀ ਸੀ। ਲਵ ਐਨਰਜੀ ਨੂੰ ਅਸੀਂ ਹੁਣ ਫਲੋ ਕਰਦੇ ਹੋਏ ਸਿੱਖਣਾ ਹੈ। ਤਾਂ ਸਰਵ ਰੋਗ ਕਾ ਔਖਦ ਨਾਮ ਇੱਕ ਪੂਰੀ ਸੰਸਥਾ ਹੈ, ਲੁਧਿਆਣੇ ਦੇ ਵਿੱਚ ਹੈ।
जिथे बजाए डॉक्टर्स आंदे ने, डॉक्टर्स तुहानू बकायदा चैकअप करते हैं, उस तो बाद तुसी उस शिविर दे विच अटेंड करते हो। ਉਹ ਉਹਨਾਂ ਦਾ ਹੁੰਦਾ कुछ 10 दिन का, कोई 15 दिनों का, जिन्ना का भी ਉਹਨਾਂ ਦਾ ਹੁੰਦਾ ਹੈ। ਉਹਦੇ ਵਿੱਚ ਉਸ ਗੁਰਬਾਣੀ ਦੀਆਂ ਪੰਕਤੀਆਂ ਨੇ 7, ਅਸੀਂ ਉਹਨਾਂ ਦਾ ਹੀ ਅੱਜ ਜਿਹੜਾ ਮੈਡੀਟੇਸ਼ਨ ਕਰਾਂਗੇ ਉਦੋਂ ਉਹਦਾ ਨਾਲ ਹੀ ਕਰਾਂਗੇ, ਉਹਨਾਂ ਪੰਕਤੀਆਂ ਦੇ ਨਾਲ। बस ਉਹ ਉਹਨਾਂ ਦਾ ਜਾਪ ਕਰਾਉਂਦੇ ਨੇ दिन रात। और जो परसन उस शिविर तो बाहर निकलता है, वो बीमारी डॉक्टर फिर उन्होंने चैकअप करते हैं और उसकी बीमारी ठीक हो चुकी होंगी। असी यूट्यूब पे जाइए और सर्व रोग का औखद नाम पाइए और सानू पूरी दी पूरी डिटेल मिल जाएगी इस चीज की। तो असी हुण ध्यान की तरफ जावांगे। ध्यान की तरफ जिस तरह असी जाना है तो सानू पता है असी अपनी अखा बंद कर लांगे। चश्मा अगर असी पाया है तो चश्मे नू असी उतार देंगे। लत्तां नू असी क्रॉस करांगे, लत्तां साडियां क्रॉस है। पानी साडे कोल है तो असी पानी जरूर पियांगे। मन शांत, म्यूजिक प्लीज। मन शांत है, चित रिलैक्स। लत्तां नू क्रॉस करांगे 3 लॉक्स लगा के। ध्यान श्वास पे, ब्रीद इन, ब्रीद आउट। श्वास आ रहा है, श्वास जा रहा है। मन शांत, ध्यान श्वास पे, ब्रीद इन, ब्रीद आउट। ना कोई सोच, ना कोई विचार। मन शांत। एक ओंकार सतनाम कर्ता पुरख निरपौ निर्वैर अकाल मूरत अजूनी सहपंग गुर प्रसाद। ध्यान श्वास पे, ना कोई सोच, ना कोई विचार। बानी गुरु, गुरु है बानी, विच बाणी अमृत सारे। गुरबाणी कहे सेवक जन माने, पर तख
गुरु निस्तारे। तीने ताप निवारण हारा, दुख हंता सुख रास। ताको बिघन न को लागे, जाके प्रभ आगे अरदास। Feel the love energy. प्यार नु महसूस करिए। जिन प्रेम कियो तिन ही प्रभ पायो। निर्भव निर्वैर।
गोविंद, हे गोपाल, हे दयाल लाल जी, प्राणनाथ अनाथ सखे, दीन दर्द निवार। हे समर्थ अगम पूरन, मोह मया तार, अंधकूप महाभयान, नानक पार उतार। निर्भव निर्वैर घोर दुखं अनिक हतं, जन्म दारिद्रं महाविख्यातं, मिटंत सकल सिमरंत हर नाम, नानक जैसे पाव काष्ठ पसम करोत। भयानक दुख कलेश अनेक खून, जन्म तो व्यापक दुख, रोग गरीबी ਵੱਡੇ ਤੋਂ ਵੱਡੇ ਝਗੜੇ। ਇਹ ਨਾਨਕ ਸਾਰੇ ਪਰਮਾਤਮਾ ਦਾ ਨਾਮ ਸਿਮਰਦਿਆਂ ਮਿਟ ਜਾਂਦੇ ਹਨ। ਜਿਵੇਂ ਲੱਕੜ ਦੇ ਢੇਰ ਤਾੜਨ ਕੇ ਸੁਆਹ ਕਰਦੇ ਨੇ। ਮਨ ਸ਼ਾਂਤ
निर्भय मन शांत, ध्यान वास्ते नाम औखत जय हृदय हितावे, ताही रोग सुपने आवे। निर्भय निर्भय जी हेलो Last 5 minutes. हर औखद सब कट है पाई, गुर पूरे बिन बिद न बनाई। निर्भय निर्वैर
गुरपूरे संजम कर दिया नानक, तो फिर दुख न थिया। निरपौ निर्वैर Last 2 minutes. ध्यान तो बाहर आने की तैयारी। हाथ पैर थोड़े जे हिलावांगे। 10 9 8 7 6 5 4 3 2 1 शून्य। फील करिए इस शून्य नो, इस खालीपन नो। दोनों हत्थां नू अपनी अखां दे उत्ते रखांगे। इस शून्यता नो, इस एनर्जी नो फील करांगे और अपना समय लेंदे होए, हसते मुस्कुरांदे होए ध्यान तो बाहर आने दी प्रयास करांगे। 5 4 3 2 1 0। थैंक यू मास्टर्स, तुहाडे सारिਆਂ ਦਾ बहुत 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 धन्यवाद। सेवा का मौका दिता उस अकाल पुरख का बहुत बहुत धन्यवाद। उसने इस नाचीज नू इस काबिल समझा। थैंक यू थैंक यू थैंक यू फॉर ऑल। थैंक यू फॉर बीइंग इन माय लाइफ। Thank you, ma'am. Thank you. थैंक यू मंत्रित।